ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦਾ ਟੌਪਿਕ ਬਿਲਕੁਲ ਖਾਸ ਹੈ ਕੈਨੇਡਾ ਸਟੂਡੈਂਟਸ ਦੇ ਲਈ। ਆਉਣ ਵਾਲੇ ਇਨਟੇਕਸ ਦੇ ਵਿੱਚ ਜਿਹੜੇ ਸਟੂਡੈਂਟ ਅਪਲਾਈ ਕਰਨਗੇ ਉਹਨਾਂ ਨੂੰ ਕਿਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ। ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਦੈਟ ਕਿਸੇ ਤਰ੍ਹਾਂ ਦੇ ਵੀ ਤੁਹਾਡੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਕੋਈ ਵੀ ਪ੍ਰੋਬਲਮ ਜਾਂ ਦਿੱਕਤ ਨਾ ਆਵੇ। ਸੋ ਡੈਫੀਨੇਟਲੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ मेरी ਤੁਹਾਨੂੰ रिक्वेस्ट रहेगी कि इस चैनल ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਸੋ ਦੈਟ ਜੋ ਸਾਡੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟਸ ਤੱਕ ਰੀਸੈਂਟ ਡਿਵੈਲਪਮੈਂਟਸ ਟਾਈਮ ਟੂ ਟਾਈਮ ਪਹੁੰਚਦੇ ਰਹਿਣ, ਤੁਸੀਂ ਉਹਨਾਂ ਨਾਲ ਅਪਡੇਟ ਰਹੋ। ਸੋ ਬਿਲਕੁਲ ਅੱਜ ਗੱਲ ਕਰਦੇ ਹਾਂ ਕੈਨੇਡਾ ਸਟੂਡੈਂਟ ਵੀਜ਼ਾ ਨੂੰ ਲੈ ਕੇ। ਸੋ ਕਿਹੜੇ 5 ਪੁਆਇੰਟ ਨੇ ਜਿਨ੍ਹਾਂ ਦਾ ਤੁਹਾਨੂੰ ਬਹੁਤ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਸਟੂਡੈਂਟ ਕੈਨੇਡਾ ਦੇ ਲਈ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦਾ ਹੈ। ਸੋ ਸਭ ਤੋਂ ਪਹਿਲੀ ਤੇ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਹੈ ਜੀ ਤੁਹਾਡੀ ਖੁਦ ਦੀ ਸੈਲਫ ਅਸੈਸਮੈਂਟ। ਬਿਲਕੁਲ ਸਟੂਡੈਂਟ ਕੰਸਲਟੈਂਟਸ ਕੋਲ ਜਾਂਦੇ ਨੇ, ਗਾਈਡੈਂਸ ਲੈਂਦੇ ਨੇ, ਐਡਵਾਈਸ ਲੈਂਦੇ ਨੇ, ਬਟ ਸਟੂਡੈਂਟ ਆਮ ਤੌਰ ਤੇ ਜਿੱਥੇ ਕੈਨੇਡਾ ਦੇ ਵਿੱਚ ਆਪਣੇ ਲਈ ਖੁਦ ਪ੍ਰੋਬਲਮ ਜਨਰੇਟ ਕਰਦਾ, ਉਹ ਖੁਦ ਦੀ ਲੈਕਨੈਸ ਹੁੰਦੀ ਉਹਦੀ ਸੈਲਫ ਅਸੈਸਮੈਂਟ 'ਚ। ਬਿਲਕੁਲ ਸੈਲਫ ਅਸੈਸਮੈਂਟ ਤੋਂ ਮੇਰਾ ਭਾਵ ਇਹ ਹੈ ਕਿ ਸਟੂਡੈਂਟ ਨੂੰ ਆਪਣਾ ਪ੍ਰੋਫਾਈਲ ਸਮਝਣਾ ਚਾਹੀਦਾ ਹੈ, ਉਹਨੂੰ ਆਪਣੀ ਅਕੈਡਮਿਕ ਐਲੀਜੀਬਿਲਟੀ, ਇੰਗਲਿਸ਼ ਕ੍ਰੈਡੀਬਿਲਿਟੀ, ਇਹਨਾਂ ਚੀਜ਼ਾਂ ਨੂੰ ਆਪਣੇ ਮਾਈਂਡ ਦੇ ਵਿੱਚ ਬਿਲਕੁਲ ਕਲੀਅਰ ਰੱਖਣਾ ਚਾਹੀਦਾ ਹੈ। ਉਸ ਤੋਂ ਬਾਅਦ ਪ੍ਰੋਵਿੰਸ, ਸਿਟੀ ਤੇ ਕਾਲਜ ਦੀ ਜਿਹੜੀ ਹੈ ਉਹ ਸਿਲੈਕਸ਼ਨ ਕਰਨੀ ਚਾਹੀਦੀ ਹੈ। ਕਈ ਵਾਰ ਸਟੂਡੈਂਟ ਕੀ ਹੁੰਦੇ ਆ ਕਿ ਖੁਦ ਦੀ ਸੈਲਫ ਅਸੈਸਮੈਂਟ ਨਹੀਂ ਕਰਦੇ, ਉਹ ਸਿਰਫ ਕਿਸੇ ਗਲਤ ਕੰਸਲਟੈਂਟ ਦੇ ਹੱਥਾਂ ਵਿੱਚ ਆ ਕੇ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਦਿੰਦੇ ਨੇ ਔਰ ਉੱਥੇ ਉਹਨਾਂ ਦੀ ਰਿਫਿਊਜ਼ਲ ਆਉਂਦੀ ਹੈ। ਸੋ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਖੁਦ ਦੀ ਸੈਲਫ ਅਸੈਸਮੈਂਟ ਹੋਣੀ ਬਹੁਤ ਜ਼ਰੂਰੀ ਹੈ। ਸੈਕੰਡ ਇੰਪੋਰਟੈਂਟ ਪੁਆਇੰਟ ਜਿਹੜਾ ਜਦੋਂ ਤੁਸੀਂ ਕੈਨੇਡਾ ਲਈ ਐਪਲੀਕੇਸ਼ਨ ਪ੍ਰੋਸੈਸ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਵੈਲ ਡਿਫਾਈਨਡ ਪਲੈਨਿੰਗ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਪਲੈਨਿੰਗ ਤੋਂ ਮੇਰਾ ਭਾਵ ਇਹ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਆਪਾਂ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹਾਂ ਤਾਂ ਆਫਰ ਲੈਟਰ ਅਗਰ ਅਸੀਂ ਗਵਰਨਮੈਂਟ ਫੰਡਡ ਪਬਲਿਕ ਕਾਲਜਸ ਯੂਨੀਵਰਸਿਟੀਜ਼ 'ਚ ਅਪਲਾਈ ਕਰੀਏ ਤਾਂ ਆਲਮੋਸਟ ਜਿਹੜਾ ਆਫਰ ਲੈਟਰ ਹੈ ਉਹ 25 ਤੋਂ 30 ਦਿਨ ਔਨ ਐਨ ਐਵਰੇਜ ਲੈਂਦਾ ਹੈ। ਉਸ ਤੋਂ ਬਾਅਦ ਤੁਸੀਂ ਫੀਸ ਟ੍ਰਾਂਸਫਰ ਕਰਦੇ ਹੋ, LOA ਲੈਂਦੇ ਹੋ, ਇਨ ਪੈਰਲਲ ਤੁਸੀਂ ਆਪਣੀ GIC ਵੀ ਟ੍ਰਾਂਸਫਰ ਕਰਨੀ ਹੁੰਦੀ ਹੈ। ਸੋ ਇਸ ਪੂਰੇ ਪ੍ਰੋਸੈਸ ਨੂੰ ਟਾਈਮ ਚਾਹੀਦਾ ਹੈ। ਸਟੂਡੈਂਟ ਕਈ ਵਾਰ ਇਹ ਸੋਚਦੇ ਨੇ ਕਿ ਜਨਵਰੀ ਇਨਟੇਕ ਫॉर ਐਗਜ਼ਾਮਪਲ ਅਪਲਾਈ ਕਰਨਾ ਹੈ ਤੇ ਆਪਾਂ ਨਵੰਬਰ ਦੇ ਵਿੱਚ ਅਪਲਾਈ ਕਰ ਦਾਂਗੇ। ਉਹਦੇ ਵਿੱਚ ਜਾ ਕੇ ਕੀ ਹੁੰਦਾ ਹੈ, ਫਿਰ ਐਪਰੋਪ੍ਰੀਏਟ ਪ੍ਰੋਗਰਾਮ ਜਾਂ ਕੋਰਸ ਦੀ ਸਿਲੈਕਸ਼ਨ ਪ੍ਰੋਪਰ ਨਹੀਂ ਹੋ ਪਾਉਂਦੀ, ਜਿਹਦੇ ਵਿੱਚ ਸਟੂਡੈਂਟ ਫਿਰ ਇੱਧਰ ਉੱਧਰ ਦੀਆਂ ਆਪਸ਼ਨਸ ਲੈ ਕੇ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦਾ ਹੈ। ਕਈਆਂ ਦੀ ਤਾਂ ਐਪਲੀਕੇਸ਼ਨ ਪ੍ਰੋਸੈਸ ਹੋ ਜਾਂਦੀ ਹੈ ਬਟ ਮੋਸਟ ਆਫ ਸਟੂਡੈਂਟ ਫਿਰ ਡੈਫਰ ਕਰਦੇ ਨੇ ਜਾਂ ਜਲਦਬਾਜ਼ੀ 'ਚ ਫਾਈਲ ਲਾਉਂਦੇ ਨੇ ਤਾਂ ਫਿਰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਵੈਲ ਪਲੈਨਡ ਟਾਈਮ ਲੈ ਕੇ ਆਪਣੀਆਂ ਐਪਲੀਕੇਸ਼ਨਸ ਨੂੰ ਔਨ ਟਾਈਮ ਇਨੀਸ਼ੀਏਟ ਕਰੋ, ਖਾਸ ਤੌਰ ਤੇ ਕੈਨੇਡਾ ਦੇ ਲਈ। ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਇੰਗਲਿਸ਼ ਕ੍ਰੈਡੀਬਿਲਿਟੀ ਨੂੰ ਲੈ ਕੇ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਸਾਰੇ ਹੀ ਸਟੂਡੈਂਟਸ ਨੂੰ ਪਤਾ ਹੈ ਕਿ SDS ਔਰ ਨਾਨ SDS ਯਾਨੀ ਕਿ ਜਿਹਨੂੰ ਜਨਰਲ ਕੈਟਾਗਰੀ ਵੀ ਆਪਾਂ ਕਹਿੰਦੇ ਨੇ, ਇਹ ਦੋ ਕੈਟਾਗਰੀਜ਼ ਕੈਨੇਡਾ ਦੇ ਵਿੱਚ ਹੁੰਦੀਆਂ ਨੇ। ਸੋ SDS ਦੇ ਲਈ ਤੁਹਾਨੂੰ ਚੰਗੀ ਤਰ੍ਹਾਂ ਕਲੈਰਿਟੀ ਹੋਣੀ ਚਾਹੀਦੀ ਹੈ ਕਿ IELTS ਵਿੱਚ, ਐਕੈਡੈਮਿਕ IELTS ਦੇ ਵਿੱਚ ਤੁਹਾਡੇ ਕੋਲ 6 ਈਚ ਸਕੋਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਸੋ ਜਿਹੜੇ ਸਟੂਡੈਂਟ ਕੈਨੇਡਾ ਅਪਲਾਈ ਕਰਦੇ ਨੇ ਉਹ ਆਪਣੀਆਂ ਪ੍ਰੈਪਰੇਸ਼ਨ IELTS ਦੀਆਂ ਵੈਲ ਔਨ ਟਾਈਮ ਸਟਾਰਟ ਕਰਨ, ਪ੍ਰੋਪਰ ਟਾਈਮ ਨੂੰ ਯੂਟਿਲਾਈਜ਼ ਕਰਨ। ਫॉर ਐਗਜ਼ਾਮਪਲ ਜਿਵੇਂ ਸਟੂਡੈਂਟ ਲਾਸਟ ਈਅਰ ਦੇ ਵਿੱਚ ਪੜ੍ਹ ਰਹੇ ਹੁੰਦੇ ਨੇ, ਚਾਹੇ ਉਹ ਗ੍ਰੈਜੂਏਸ਼ਨ ਕਰ ਰਹੇ ਚਾਹੇ +2 ਕਰ ਰਹੇ, ਅਗਰ ਉਹਨਾਂ ਦਾ ਮਾਈਂਡ ਸੈਟ ਹੈ ਕਿ ਇਨ ਫਿਊਚਰ ਆਪਾਂ ਕੈਨੇਡਾ ਮੂਵ ਕਰਨਾ ਹੈ ਤਾਂ ਔਨ ਟਾਈਮ ਤੁਸੀਂ ਆਪਣੀਆਂ IELTS ਦੀਆਂ ਪ੍ਰੈਪਰੇਸ਼ਨ ਸਟਾਰਟ ਕਰੋ ਔਰ ਖੁਦ ਦੀ ਅਸੈਸਮੈਂਟ ਕਰੋ ਇੱਕ ਅੱਧਾ ਐਗਜ਼ਾਮ ਦੇ ਕੇ ਕਿ ਵਾਕਈ ਬਹੁਤ ਸਾਰੇ ਕਈ ਵਾਰੀ ਸਟੂਡੈਂਟ ਹੁੰਦੇ ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਹੁੰਦੀ IELTS ਨੂੰ ਅਚੀਵ ਕਰਨ ਦੀ ਇੱਕ ਡਿਜ਼ਾਇਰਡ ਸਕੋਰ ਨੂੰ। ਤਾਂ ਉਹਦੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ PTE ਵੀ ਵੈਲਿਡ ਹੈ। ਸੋ ਡੈਫੀਨੇਟਲੀ ਤੁਸੀਂ ਆਪਣੇ ਖੁਦ ਦੀ ਅਸੈਸਮੈਂਟ ਕਰਕੇ ਤੁਸੀਂ ਡਿਫਾਈਨ ਕਰ ਸਕਦੇ ਹੋ ਕਿ ਤੁਸੀਂ ਕਿਸ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਹੈ। ਸੋ IELTS, PT ਔਰ TOEFL ਜਿਹੜੇ ਇਹ ਤਿੰਨੋਂ ਹੀ ਐਗਜ਼ਾਮ ਜਿਹੜੇ ਨੇ ਕੈਨੇਡਾ ਦੇ ਵਿੱਚ ਅਪਰੂਵਡ ਨੇ। ਫੋਰਥ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਸਭ ਤੋਂ ਮੇਜਰ ਰੋਲ ਪਲੇ ਕਰਦੀ ਹੈ ਤੁਹਾਡੇ ਸਿਲੈਕਸ਼ਨ ਕੋਰਸ ਦੀ। ਬਿਲਕੁਲ ਜੀ, ਜਿਸ ਵੀ ਕੋਰਸ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਰਹੇ ਹੋ ਉਹ 110% ਰੈਲੇਵੈਂਟ ਹੋਣਾ ਚਾਹੀਦਾ ਹੈ।
ਜਿਹੜਾ ਵੀ ਸਟੂਡੈਂਟ ਅਪਲਾਈ ਕਰਦਾ ਹੈ, ਜੋ ਵੀ ਉਹਦੀ ਐਕੈਡੈਮਿਕ ਬੈਕਗ੍ਰਾਉਂਡ ਹੈ, ਅਕੋਰਡਿੰਗਲੀ ਆਪਣਾ ਕੋਰਸ ਸਿਲੈਕਟ ਕਰੇ। ਔਰ ਜਿਨ੍ਹਾਂ ਦੋਸਤਾਂ ਦੇ ਕਈ ਵਾਰ ਗੈਪ ਹੁੰਦੇ ਨੇ, ਸੋ ਗੈਪ ਨੂੰ ਵੀ ਇਕੁਅਲੀ ਲੌਜੀਕਲੀ ਜਸਟੀਫਾਈ ਕਰਨਾ ਬਹੁਤ ਜ਼ਰੂਰੀ ਹੈ, ਸੋ ਦੈਟ ਐਕੈਡੈਮਿਕ ਬੈਕਗ੍ਰਾਉਂਡ, ਤੁਹਾਡਾ ਗੈਪ ਦਾ ਜਸਟੀਫਿਕੇਸ਼ਨ ਐਂਡ ਲਾਸਟਲੀ ਤੁਹਾਡਾ ਪ੍ਰਪੋਜ਼ਡ ਪ੍ਰੋਗਰਾਮ, ਇਹ ਪ੍ਰੋਪਰਲੀ ਤਿੰਨੋਂ ਚੀਜ਼ਾਂ ਕੋਰਿਲੇਟ ਹੋਣੀਆਂ ਜ਼ਰੂਰੀ ਹੈ ਅਗਰ ਤੁਸੀਂ ਕੈਨੇਡਾ ਦਾ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ। ਔਰ ਨਾਲ ਨਾਲ ਕੋਰਸ ਦੀ ਸਿਲੈਕਸ਼ਨ ਦੇ ਰੈਲੇਵੈਂਟ ਪ੍ਰੋਗਰਾਮ ਦੇ ਉਹਦੇ 'ਚ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੀ ਤੁਸੀਂ ਜਿਹੜਾ ਇੰਟੈਂਡਡ ਪ੍ਰੋਗਰਾਮ ਲੈ ਰਹੇ ਹੋ ਉਹ ਅਪਗ੍ਰੇਡਡ ਹੈ। ਸੋ ਕਈ ਵਾਰ ਮੈਂ ਦੇਖਿਆ ਕਿ ਜਿਹੜੇ ਗ੍ਰੈਜੂਏਟ ਸਟੂਡੈਂਟ ਹੁੰਦੇ ਨੇ ਉਹ ਯੂਜੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦੇ ਐਂਡ ਦੈਨ ਉਹਨਾਂ ਨੂੰ ਰਿਫਿਊਜ਼ਲ ਮਿਲਦੀ ਹੈ। ਸੋ ਕੋਰਸ ਦੀ ਸਿਲੈਕਸ਼ਨ ਇੱਕ ਬਹੁਤ ਇੰਪੋਰਟੈਂਟ ਮੇਜਰ ਪੁਆਇੰਟ ਹੈ ਤੁਹਾਡੇ ਕੈਨੇਡਾ ਦੀ ਐਪਲੀਕੇਸ਼ਨ ਲਈ। ਫਿਫਥ ਔਰ ਲਾਸਟ ਇੰਪੋਰਟੈਂਟ ਚੀਜ਼ ਹੈ ਤੁਹਾਡੀ SOP। ਕਈ ਵਾਰ ਮੈਂ ਦੇਖਿਆ ਬਹੁਤ ਬ੍ਰਿਲੀਅੰਟ ਪ੍ਰੋਫਾਈਲ ਹੁੰਦੇ ਨੇ, ਬਹੁਤ ਬ੍ਰਾਈਟ ਪ੍ਰੋਫਾਈਲ ਹੁੰਦੇ ਨੇ, ਜਸਟ ਉਹਨਾਂ ਦੇ ਉੱਤੇ ਰਿਫਿਊਜ਼ਲ ਹੁੰਦੀ ਹੈ ਲੈਕਿੰਗ ਆਫ SOP। ਕਈ ਵਾਰ ਕੰਸਲਟੈਂਟ ਕਹਿ ਦਿੰਦੇ ਆ ਜੀ SDS ਦੇ ਵਿੱਚ SOP ਦੀ ਜ਼ਰੂਰਤ ਨਹੀਂ ਹੈ। ਸੋ ਇਸ ਚੀਜ਼ ਨੂੰ ਮੈਂ ਬਿਲਕੁਲ ਡਿਨਾਈ ਕਰਦਾ। 110% ਤੁਹਾਡੀ ਐਪਲੀਕੇਸ਼ਨ ਨੂੰ SOP ਸਪੋਰਟ ਕਰਦੀ ਹੋਣੀ ਜ਼ਰੂਰੀ ਹੈ। ਸੋ ਕੋਈ ਵੀ ਸਟੂਡੈਂਟ SOP ਤੋਂ ਬਿਨਾ ਆਪਣੀ ਐਪਲੀਕੇਸ਼ਨ ਕੈਨੇਡਾ ਦੇ ਵਿੱਚ ਨਾ ਫਾਈਲ ਕਰੇ ਔਰ SOP ਨੂੰ ਬਹੁਤ ਹੀ ਸੋਬਰ ਮੈਨਰ ਦੇ ਵਿੱਚ ਡਿਜ਼ਾਈਨ ਕੀਤਾ ਹੋਣਾ ਚਾਹੀਦਾ ਹੈ, ਕਿਉਂਕਿ ਉਹ ਇੱਕ ਇਦਾਂ ਦਾ ਡਾਕੂਮੈਂਟ ਹੈ ਜਿਹੜਾ ਤੁਹਾਡੀ ਐਪਲੀਕੇਸ਼ਨ ਦੀ ਪ੍ਰੈਜੈਂਟੇਸ਼ਨ ਦਿੰਦਾ ਹੈ ਵੀਜ਼ਾ ਆਫੀਸਰ ਨੂੰ ਐਨਾਲਿਸਿਸ ਕਰਨ ਦੇ ਵਿੱਚ। ਸੋ ਇਹਨਾਂ 5 ਪੁਆਇੰਟਸ ਦਾ ਬਿਲਕੁਲ ਖਾਸ ਧਿਆਨ ਰੱਖੋ। ਉਮੀਦ ਕਰਦਾ ਆਉਣ ਵਾਲੇ ਸਮੇਂ 'ਚ ਜਿਹੜੇ ਕੈਨੇਡਾ 'ਚ ਸਟੂਡੈਂਟ ਅਪਲਾਈ ਕਰ ਰਹੇ ਨੇ, ਇਹ ਵੀਡੀਓ ਉਹਨਾਂ ਨੂੰ ਕਾਫੀ ਹੱਦ ਤੱਕ ਹੈਲਪ ਕਰੇਗਾ। ਔਰ ਅਗਰ ਤੁਸੀਂ ਕੋਈ ਵੀ ਡਿਟੇਲਡ ਇਨਫੋਰਮੇਸ਼ਨ ਜਾਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਨਲਾਈਨ ਪਲੇਟਫਾਰਮ ਤੇ ਸਾਡੀ ਵੈਬਸਾਈਟ broadwaystudy.com ਤੇ ਵਿਜ਼ਿਟ ਕਰਕੇ ਆਪਣੀਆਂ ਐਪਲੀਕੇਸ਼ਨਸ ਦੇ ਉੱਤੇ ਡਿਸਕਸ਼ਨਸ ਕਰ ਸਕਦੇ ਹੋ। ਸੋ ਮਿਲਾਂਗੇ ਨੈਕਸਟ ਟਾਈਮ ਕੁਝ ਨਵੀਆਂ ਅਪਡੇਟਸ, ਕੁਝ ਨਵੀਂ ਡਿਸਕਸ਼ਨਸ ਦੇ ਨਾਲ। ਅੱਜ ਲਈ ਮੈਨੂੰ ਦਿਓ ਇਜਾਜ਼ਤ, धन्यवाद। हेलो फ्रेंड्स, मैं अमरजीत ब्रॉडवे इमिग्रेशन सर्विसेज से। कोशिश रहती है लेटेस्ट और इम्पॉर्टेंट इन्फॉर्मेशन एंड एवरी इशू रिलेटेड टू स्टडी वीज़ा, उसके रिलेटेड आपको सारी जानकारियां हम लगातार देते रहें। उसके लिए इम्पॉर्टेंट है कि आप इस चैनल को सब्सक्राइब करके रखें ताकि हर लेटेस्ट वीडियो आप तक सबसे पहले पहुंच सके। सेकेंडली, ब्रॉडवे इमिग्रेशन प्रोवाइडिंग यू ऑनलाइन सर्विसेज। हम इंडिया की ऐसी पहली कंपनी है जो आपको ऑनलाइन वीडियो काउंसलिंग्स घर बैठे प्रोवाइड कर रहे हैं। तो आपको सिंपली हमारी वेबसाइट पे जाना है, दैट इज broadwaystudy.com, और वहां पे जाके आप अपनी बेसिक इंफॉर्मेशन थोड़ी सी भरेंगे। उसके बाद OTP रिसीव करने के बाद यू कैन कनेक्ट डायरेक्टली टू आवर ऑनलाइन काउंसलर्स, जिनके साथ आप डायरेक्ट वीडियो काउंसलिंग ले सकते हैं बिना रुके, बिना किसी परेशानी के। आपको किसी भी स्टेज पे हमारे ऑफिस विजिट करने की जरूरत नहीं पड़ेगी। आप घर बैठे अपनी एप्लीकेशन को स्टार्ट करने से लेके वीजा तक का सफर हमारे साथ कर सकते हैं। डजंट मैटर यू आर फ्रॉम पंजाब, अदर स्टेट्स ऑफ इंडिया और इवन आउट ऑफ इंडिया, आप सारी सर्विसेज हमारे साथ ऑनलाइन ले सकते हैं। तो आज के लिए इतना, चलते हैं शो की तरफ। ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।